अस्सलाम वालेकुम जी। वालेकुम सलाम जी। जी भाईजान की हाल चाल है? अल्हम्दुलिल्लाह भाई। सर जी ਤੁਹਾਡਾ ਪਹਿਲੇ ਨਾਂ ਤੁਸੀਂ ਆਪਦਾ ਤਾਰਫ ਕਰਵਾ ਦਿਓ। मेरा नाम जी रफाक शेर। ਅੱਛਾ ਜੀ। हाँ जी। ਤੇ ਜਨਾਬ ਅਸੀਂ ਥੋੜੀ ਜਿਹੀ ਮੁਖਤਸਰ ਜੀ ਤੁਹਾਡੀ ਵੀਡੀਓ ਬਣਾਉਣੀ, ਬਾਕੀ ਤੇ ਬਾਗ ਵਿਜ਼ਿਟ ਕਰਵਾਵਾਂਗੇ। ਤੁਹਾਡਾ ਮਾਸ਼ਾਅੱਲਾ ਬਾਗ ਦੇਖਿਆ ਜਨਾਬ हाँ जी। ਤੇ ਬੜਾ ਬਿਹਤਰੀਨ ਹੈ। ਤੇ ਤੁਸੀਂ ਥੋੜੀ ਜਿਹੀ ਇਹਦੀ ਦੱਸੋ, ਇਨਫੋਰਮੇਸ਼ਨ ਦਿਓ ਵੀ ਕਿਹੜੀ ਡੇਟ ਨੂੰ ਲਾਇਆ ਤੇ ਕੀ ਇਹਦੀ ਤੁਸੀਂ ਮਤਲਬ ਕਿ ਕੇਅਰ ਕੀਤੀ, ਜਿਹੜਾ ਮਾਸ਼ਾਅੱਲਾ ਬਿਹਤਰੀਨ ਖਲੋਤਾ ਪੰਜਾਬ ਦੇ ਵਿੱਚ। ਇਸ ਤਰ੍ਹਾਂ ਦਾ ਬਾਗ ਅੱਜ ਤੱਕ ਅਸੀਂ ਨਹੀਂ ਦੇਖਿਆ ਕੋਈ ਵੀ। ਇਹ ਪਾਣ ਸਤੰਬਰ ਚ ਲੱਗਾ ਜੀ, 20 ਸਤੰਬਰ ਨੂੰ। ਅੱਛਾ ਜੀ। 20 ਸਤੰਬਰ ਚ ਲਾਇਆ। ਉਸ ਤੋਂ ਬਾਅਦ ਇਹਦੇ ਵਿੱਚ ਹੀ ਰਹੇ ਅਸੀਂ। ਸਭ ਤੋਂ ਵੱਡੀ ਜਿਹੜੀ ਇਹਦੀ ਗੱਲ ਹੈ, ਅੱਛਾ ਇਹਨੂੰ ਮੁxtਲਿਫ ਸਪਰੇਵਾਂ ਹੁੰਦੀਆਂ ਫੰਜਾਸਾਈਡ, ਹਾਂਜੀ ਉਹ ਕਰਦੇ ਰਹੇ ਆ ਤੇ ਪਾਣੀ ਦਾ ਬੜਾ ਖਾਸ ਖਿਆਲ ਰੱਖਿਆ ਠੀਕ ਹੈ। ਤੇ ਸਪਰੇਵਾਂ ਦਾ ਖਾਸ ਕਰਕੇ, ਬਾਕੀ ਕੁਝ ਅੱਲਾ ਦੀ ਕਰਮ ਨਵਾਜ਼ੀ ਹੈ। ਅੱਛਾ ਰਫਾਕਤ ਭਾਈ, ਇਹਦਾ ਸਭ ਤੋਂ ਮੇਨ ਚੀਜ਼ ਜਿਹੜੀ ਮੈਂ ਦੇਖੀ ਹੈ ਵੀ ਇਹਦੇ 'ਚ ਨਾਗਾ ਨਹੀਂ ਹੈਗਾ, ਪੌਦੇ ਸਾਰੇ ਇੱਕੋ ਜਿਹੇ ਬਰਾਬਰ ਹੈਗੇ। ਕੀ ਗੱਲ ਇਹ ਤੁਸੀਂ ਜਿਹੜੇ ਲਾਏ ਉਹ ਵੀ ਰਲ ਗਏ ਜਾਂ ਕੀ ਸਿਸਟਮ ਬਣਿਆ ਇਹਦਾ? ਨਹੀਂ ਜੀ, ਨਾਗਾ ਨਹੀਂ ਲਾਇਆ ਹੈਗਾ। ਨਾਗਾ ਜਦੋਂ ਪਹਿਲੀ ਦਫਾ ਲਾਇਆ ਸੀ 6 ਬੂਟਿਆਂ ਦਾ ਨਾਗਾ ਆਇਆ ਸੀ। 1 ਏਕੜ 'ਚ 6 ਪੌਦੇ? ਹਾਂਜੀ, 1 ਏਕੜ 'ਚ ਪਹਿਲੀ ਦਫਾ ਜਦੋਂ ਲਾਏ, ਉਸ ਤੋਂ ਬਾਅਦ 6 ਪੌਦੇ ਨਾਗਾ ਹੋਏ ਸੀ। ਅੱਛਾ ਉਹ ਲਾਏ ਸੀ। ਅੱਛਾ ਉਸ ਤੋਂ ਬਾਅਦ ਕੋਈ ਨਾਗਾ ਨਹੀਂ ਲਾਇਆ ਹੈਗਾ। ਉਸ ਤੋਂ ਬਾਅਦ ਅੱਲਾ ਦੀ ਕੋਈ ਕਰਮ ਨਵਾਜ਼ੀ ਹੈ, ਕੁਛ ਸਾਡੀ ਮਿਹਨਤ ਅੱਛਾ ਜੀ। ਤੇ ਉਸ ਦੀ ਵਜ੍ਹਾ ਤੋਂ ਨਾਗਾ ਨਹੀਂ ਹੋਇਆ। ਤੇ ਇਹ ਸਰਦੀ ਦੇ ਵਿੱਚ ਇਹਦੇ ਵਾਸਤੇ ਤੁਸੀਂ ਕੀ ਫਿਰ ਕੀਤਾ ਸੀਗਾ? ਸਰਦੀ 'ਚ ਇਹਦੇ ਲਈ ਸਾਰਾ ਅਸੀਂ ਟਨਲ ਕੀਤਾ ਸੀ, ਛੋਟਾ ਲੋ ਟਨਲ ਕੀਤਾ ਸੀ। ਅੱਛਾ, ਇਹਦੇ ਵਿੱਚ ਤੁਸੀਂ ਹੋਰ ਕੋਈ ਫਸਲ ਤਾਂ ਨਹੀਂ ਸੀ ਕਾਸ਼ਤ ਕੀਤੀ? ਨਹੀਂ ਸਰ, ਇਹਦੇ ਵਿੱਚ ਕੋਈ ਹੋਰ ਫਸਲ ਨਹੀਂ ਕਾਸ਼ਤ ਕੀਤੀ। ਅੱਛਾ, ਇਹਦਾ ਫਾਸਲਾ ਕੀ ਹੈ ਪੌਦੇ ਤੋਂ ਪੌਦੇ ਦਾ? ਇਹਦਾ 8x5 ਹੈ ਜੀ। ਅੱਛਾ, ਲਾਈਨ ਤੋਂ ਲਾਈਨ 8 ਫੁੱਟ? ਹਾਂਜੀ, ਲਾਈਨ ਤੋਂ ਲਾਈਨ 8 ਤੇ ਪੌਦੇ ਤੋਂ ਪੌਦਾ 5 ਫੁੱਟ। ਪੌਦੇ ਤੋਂ ਪੌਦਾ 5 ਫੁੱਟ ਹੈ। ਹਾਂਜੀ ਠੀਕ ਹੋ ਗਿਆ। ਤੇ ਇਹਨੂੰ ਹੁਣ ਤਕਰੀਬਨ ਤੁਸੀਂ 1 ਏਕੜ ਦੇ ਹਿਸਾਬ ਨਾਲ ਦੱਸ ਸਕਦੇ ਜੇ ਵੀ ਕਿੰਨਾ ਕੁ ਅੰਦਾਜ਼ਨ ਖਰਚਾ ਹੋ ਗਿਆ ਇਹਦੇ ਤੇ, ਖਾਦ ਪਾਣੀ ਸਪਰੇਅ ਦਾ? ਖਰਚਾ ਜੀ ਇਹਦਾ ਪਨੀਰੀ ਤੋਂ ਲਾ ਕੇ ਹੁਣ ਤੱਕ ਤਕਰੀਬਨ 3.5 ਲੱਖ ਰੁਪਇਆ ਕਿੱਲੇ ਦਾ ਖਰਚਾ ਹੋ ਚੁੱਕਿਆ। 3.5 ਲੱਖ ਰੁਪਇਆ ਕਿੱਲੇ ਦਾ ਖਰਚਾ ਹੋ ਗਿਆ, ਯਾਨੀ ਕਿ 1 ਸਾਲ ਦੇ ਵਿੱਚ? 1 ਸਾਲ ਦੇ ਵਿੱਚ। 1 ਸਾਲ ਦੇ ਵਿੱਚ। ਤੇ ਇਹ ਪੌਦਾ ਜਿਹੜਾ ਹੈਗਾ ਤੁਹਾਡਾ, ਇਹਨੂੰ ਤੁਸੀਂ ਹੁਣ ਇਸ ਟਾਈਮ ਯਾਨੀ ਕਿ ਕਿੰਨੀ 1 ਏਕੜ ਨੂੰ ਖਾਦ ਜਿਹੜੀ ਹੈ ਇਸਤੇਮਾਲ ਕਰ ਚੁੱਕੇ ਜੇ? ਖਾਦ ਤਕਰੀਬਨ ਅਸੀਂ ਇਹਨੂੰ ਹੁਣ ਤੱਕ 20 ਬੋਰੀਆਂ ਪਾ ਚੁੱਕੇ ਹਾਂ ਜੀ। 20 ਬੋਰੀਆਂ? ਹਾਂਜੀ। ਇਹ ਕਿਸ ਤਰ੍ਹਾਂ ਮਤਲਬ ਇਸਤੇਮਾਲ ਕੀਤੀ ਤੁਸੀਂ? ਅਸੀਂ ਡੀਏਪੀ ਤੇ ਪੋਟਾਸ਼, ਯਾਨੀ ਕਿ ਇਹਨੂੰ ਫਲੱਡ ਵੀ ਕਰਦੇ ਰਹੇ ਹਾਂ, ਘੇਰਦੇ ਵੀ ਰਹੇ ਹਾਂ ਵਿੱਚ ਅੱਛਾ। ਲਾਈਨਾਂ ਦੇ ਵਿੱਚ। ਤੇ ਇਸ ਤੋਂ ਇਲਾਵਾ ਹੋਰ ਕੋਈ ਖਾਦ ਪਾਈ ਹੋਵੇ ਤੁਸੀਂ? ਉਸ ਤੋਂ ਇਲਾਵਾ ਕੋਈ ਨਹੀਂ ਜੀ ਪਾਈ ਹੈਗੀ। 23 ਪਾਈ ਸੀ ਸ਼ੁਰੂ 'ਚ ਜਦੋਂ ਲਾਇਆ ਸੀ ਪੌਦਾ, ਅੱਛਾ, ਉਦੋਂ 2 ਬੋਰੀਆਂ ਪਾਈਆਂ ਸੀ। ਠੀਕ ਆ। ਤੇ ਬਾਕੀ ਤੁਸੀਂ ਮਤਲਬ ਕਿ ਖਾਦ ਡੀਏਪੀ ਤੇ ਐਸਓਪੀ ਪੋਟਾਸ਼? ਹਾਂਜੀ, ਐਸਓਪੀ ਪੋਟਾਸ਼, ਬਸ ਇਹ 2 ਚੀਜ਼ਾਂ ਹੀ? 2 ਚੀਜ਼। ਹੋਰ ਕੋਈ ਖਾਦ ਨਹੀਂ ਇਸਤੇਮਾਲ ਕੀਤੀ? ਹੋਰ ਕੋਈ ਨਹੀਂ ਕੀਤੀ। ਅੱਛਾ, ਤੇ ਕੋਈ ਇਹਦੀ ਤੜਾਈ ਵਗੈਰਾ ਕਰ ਲਈ ਤੁਸੀਂ ਅਜੇ ਜਾਂ ਨਹੀਂ? ਤੜਾਈ ਇਨਸ਼ਾਅੱਲਾ ਬਸ ਕਰਨੀ ਜੀ ਦਿਹਾੜੀ ਡੰਗ ਦੇ ਵਿੱਚ। ਹਾਂ, ਤਿਆਰੀ ਤੁਹਾਡੀ ਮਤਲਬ ਪੌਦਾ ਤਿਆਰ ਆ ਹੁਣ, ਫਰੂਟ ਤੁਹਾਡਾ ਤਿਆਰ, ਤੜਾਈ ਕਰੋ ਹੈ। ਹਾਂਜੀ। ਤੇ ਮਾਸ਼ਾਅੱਲਾ ਇਹਦੇ 'ਚ ਕੋਈ ਬਿਮਾਰੀ ਵੀ ਨਹੀਂ ਏਡੀ ਖਾਸ ਨਜ਼ਰ ਆ ਰਹੀ। ਤੇ ਕੀ ਵਜ੍ਹਾ ਹੈਗੀ ਆ ਮਤਲਬ ਵੀ ਇਹ ਜਿਹੜੇ ਬਿਮਾਰੀ ਤੋਂ ਇਸ ਤਰ੍ਹਾਂ ਬਚਿਆ ਹੋਇਆ? ਲੋਕਾਂ ਦੇ ਤਾਂ ਬਹੁਤ ਜ਼ਿਆਦਾ ਵਾਇਰਸ ਦਾ ਵੀ ਅਟੈਕ ਆ ਤੇ ਬੜੇ ਮਸਲੇ ਮਸਾਇਲ ਆ, ਤੇ ਮਾਸ਼ਾਅੱਲਾ ਤੁਹਾਡੇ ਨਾ ਕੋਈ ਫੰਗਸ ਨਜ਼ਰ ਆ ਰਹੀ ਆ ਪੌਦੇ ਨੂੰ ਮਤਲਬ, ਤੇ ਨਾ ਹੀ ਕੋਈ ਏਡੀ ਵਾਇਰਸ ਖਾਸ ਹੈਗੀ ਆ। ਤੇ ਕੀ ਤੁਸੀਂ ਮਤਲਬ ਕਿਹੜੀਆਂ ਸਪਰੇਵਾਂ ਜਿਹੜੀਆਂ ਇਹ 'ਤੇ ਇਸਤੇਮਾਲ ਕਰ ਰਹੇ ਜੇ ਸ਼ੁਰੂ ਤੋਂ? ਇਹਦੀ ਮੇਨ ਗੱਲ ਤੇ ਇਹ ਹੈ ਜੀ, ਸਭ ਤੋਂ ਪਹਿਲਾਂ ਬਿਮਾਰੀ ਇਹਨੂੰ ਜ਼ਿਆਦਾ ਹੁੰਦੀ ਇਹਦੇ 'ਚ ਗੰਦ ਹੋਵੇ ਤੇ। ਅੱਛਾ ਜੀ। ਪਹਿਲੇ ਨੰਬਰ ਤੇ ਤੁਸੀਂ ਸਫਾਈ ਰੱਖਣੀ ਹੈ ਇਹਦੇ 'ਚ, ਥੱਲੇ ਸਫਾਈ ਰੱਖੋਗੇ ਤੇ ਬਿਮਾਰੀ ਤੋਂ 100% ਬਚੇਗਾ। ਠੀਕ ਹੈ। ਦੂਸਰੇ ਨੰਬਰ ਤੇ ਸਫੈਦ ਮੱਖੀ ਦਾ ਜ਼ਿਆਦਾ ਅਟੈਕ ਹੁੰਦਾ ਇੱਥੇ। ਅੱਛਾ। ਉਹ ਤੁਸੀਂ ਗਰਮੀਆਂ ਦੇ ਵਿੱਚ, ਯਾਨੀ ਕਿ ਤਕਰੀਬਨ ਅਪ੍ਰੈਲ ਤੋਂ ਬਾਅਦ 8 ਦਿਨ ਤੋਂ ਬਾਅਦ ਸਪਰੇਵਾਂ ਸ਼ੁਰੂ ਕਰ ਦੇਣੀਆਂ ਸਫੈਦ ਮੱਖੀ ਦੀਆਂ ਮੁxtਲਿਫ। ਅੱਛਾ। ਜਿੱਦਾਂ ਟਾਲਕ ਸਟਾਰ ਹੋ ਗਈ, ਅੱਛਾ, ਕੌਨਫੀਡੋਰ ਹੋ ਗਈ, ਅੱਛਾ, ਮੋਸਕੀਲਾਨ ਹੋਏਗੀ, ਅੱਛਾ, ਮੀਡਾ ਪਿੰਕ ਹੋ ਗਿਆ। ਠੀਕ ਹੈ। ਮੀਡਾ ਕੋਈ ਵੀ ਹੋਵੇ। ਅਮੇਡਾ ਕੋਈ ਵੀ ਹੋਵੇ। ਹਾਂਜੀ। ਤੇ ਕੀ ਡੋਜ਼ ਤੁਸੀਂ ਰੱਖਦੇ ਰਹੇ ਜੇ ਇੱਕ ਪਰ ਟੈਂਕੀ ਦੀ? ਪਰ ਟੈਂਕੀ ਤੇ 10 ਤੋਂ 15 ml ਜੀ, ਟਾਲਕ ਸਟਾਰ ਜਾਂ ਕੌਨਫੀਡੋਰ। ਅੱਛਾ, ਅਗਰ ਲਿਕੁਇਡ ਹੈਗੀ ਆ ਤੇ 10 ਤੋਂ 15 ml? ਹਾਂਜੀ, ਜ਼ਿਆਦਾ ਤੋਂ ਜ਼ਿਆਦਾ 20 ml। 20 ml ਪਰ ਮਤਲਬ ਪਰ ਟੈਂਕੀ? ਪਰ ਟੈਂਕੀ 20, ਯਾਨੀ ਕਿ 1 ml 1 ਲੀਟਰ ਦੇ ਵਿੱਚ? 1 ml 1 ਲੀਟਰ। ਤੇ ਅਗਰ ਪਾਊਡਰ ਸ਼ੇਪ ਦੇ ਵਿੱਚ ਆ ਤੇ ਫਿਰ 1 ਚਮਚ? 1 ਚਮਚ? ਹਾਂਜੀ, 1 ਜਾਂ 1.5 ਚਮਚ ਮੋਸਕੀਲਾਨ ਦਾ ਇੱਕ ਟੈਂਕੀ 'ਚ? ਹਾਂਜੀ। ਮਤਲਬ 1 ਗ੍ਰਾਮ 1 ਲੀਟਰ ਪਾਣੀ 'ਚ? ਹਾਂਜੀ, 1 ਗ੍ਰਾਮ 1 ਲੀਟਰ। ਤੇ ਕਿੰਨੇ ਦਿਨਾਂ ਬਾਅਦ ਸਪਰੇਅ ਮਾਰ ਦੇਣਾ ਜਨਾਬ? 8 ਦਿਨ ਬਾਅਦ ਜੀ। 8 ਦਿਨ ਬਾਅਦ ਸਪਰੇਅ ਮਾਰੀ? 8 ਦਿਨ ਬਾਅਦ ਜਿਹੜੀ ਅੱਜ 8 ਦਿਨ ਬਾਅਦ ਆ ਮਾਰੀ, ਅਗਲੀ ਦਫਾ ਇਹ ਨਹੀਂ ਮਾਰਨੀ, ਅਗਲੀ ਦਫਾ ਦੂਸਰੀ ਮਾਰਨੀ। ਅੱਛਾ, ਅਗਰ ਮਿਸਾਲ ਦੇ ਤੌਰ ਤੇ ਤੁਸੀਂ ਕੌਨਫੀਡੋਰ ਇੱਕ ਵਾਰੀ ਮਾਰਤੀ ਆ ਤਾਂ ਉਸ ਤੋਂ ਅਗਲੀ ਵਾਰੀ ਤਾਲ ਸਟਾਰ ਮਾਰਨੀ? ਹਾਂਜੀ, ਉਸ ਤੋਂ ਅਗਲੀ ਵਾਰੀ ਟਾਲਕ ਸਟਾਰ ਮਾਰਨੀ। ਠੀਕ ਹੈ, ਮਤਲਬ ਕਿ ਬਦਲ ਕੇ ਮਾਰਨੀ ਆ, ਇੱਕੋ ਹੀ ਨਹੀਂ ਮਾਰਨੀ? ਇੱਕੋ ਨਹੀਂ ਮਾਰਨੀ। ਠੀਕ ਹੋ ਗਿਆ। ਜਿੱਦਾਂ ਹੀ ਫੰਜਾਸਾਈਡ ਨੇ ਉਹ ਵੀ ਤੁਸੀਂ ਇੱਕੋ ਨਹੀਂ ਮਾਰਨੀ। ਅੱਛਾ। ਉਹ ਵੀ ਤੁਸੀਂ ਬਦਲਦੇ ਹੀ ਰਹਿਣਾ। ਅੱਛਾ, ਫੰਜੀਸਾਈਡ ਦੀ ਤੁਸੀਂ ਸਪਰੇਅ ਵੀ ਕਰਦੇ ਰਹੇ ਜੇ ਤੇ ਫਲੱਡ ਵੀ ਕੀਤਾ? ਹਾਂਜੀ, ਫਲੱਡ ਵੀ ਕਰਦੇ। ਫਲੱਡ ਕਿਸ ਰੂਟੀਨ ਨਾਲ ਕਰਦੇ ਰਹੇ? ਫਲੱਡ ਅਸੀਂ 15 ਦਿਨ ਬਾਅਦ ਕਲੋਰੀ, ਅੱਛਾ ਜੀ, ਫਿਰ 15 ਦਿਨ ਬਾਅਦ ਸਲਫਰ, ਅੱਛਾ, ਫਿਰ ਇਲੀਅਟ ਵੀ ਕਰਦੇ ਰਹੇ ਆ, ਕਾਪਰ ਐਸਕੂਗਾਰਾਈਡ ਵੀ ਸਰਦੀਆਂ ਦੇ ਦਿਨਾਂ 'ਚ ਅੱਛਾ, ਉਹ ਕਰਦੇ ਰਹੇ ਆ। ਇਹ ਕਲੋਰੋਪੈਰੀਫਾਸ ਜਿਹੜੀ ਹੈਗੀ ਹੈ ਤੁਸੀਂ ਤਕਰੀਬਨ ਕਿੰਨੀ ਦੇਰ ਬਾਅਦ ਦੁਬਾਰਾ ਫਲੱਡ ਕਰਦੇ ਇਹ ਜੀ? 15 ਦਿਨ ਬਾਅਦ ਕਰਦੇ ਆ ਜੀ। ਹਰ 15 ਦਿਨ ਬਾਅਦ ਕਲੋਰੋਪੈਰੀਫਾਸ ਫਲੱਡ ਕੀਤੀ ਜਾਂਦੇ ਜੀ?
ਠੀਕ ਹੋ ਗਿਆ ਤੇ ਉਹਦੀ ਵਜ੍ਹਾ ਤੋਂ ਯਾਨੀ ਪੌਦਿਆਂ 'ਚ ਨਾਗਾ ਸ਼ਾਗਾ ਵੀ ਨਹੀਂ ਹੈਗਾ। ਹਾਂਜੀ ਤੇ ਫੰਜੀਸਾਈਡ ਪਾਊਡਰ ਕਿਹੜਾ ਇਲੀਅਟ ਵਗੈਰਾ ਇਸਤੇਮਾਲ ਇਲੀਅਟ ਕਰਦੇ? ਕਰਦੇ ਆ, ਇਲੀਅਟ ਤੇ ਸਰਦੀ ਹੋਵੇ ਤੇ ਫਿਰ ਕਾਪਰ। ਫਿਰ ਕਾਪਰ। ਹਾਂਜੀ ਅੱਛਾ ਜਾਂ ਐਰੋਸੈਲ ਹੋ ਗਿਆ। ਅੱਛਾ, ਕਿੰਨੀ ਡੋਜ਼ ਰੱਖਦੇ ਜੇ ਪਰ ਏਕੜ? ਪਰ ਏਕੜ ਅੱਧਾ ਕਿਲੋ। ਅੱਧਾ ਕਿਲੋ ਪਰ ਏਕੜ। ਹਾਂਜੀ ਠੀਕ ਹੈ, ਹੋਰ ਉਹਦੇ ਨਾਲ ਕੋਈ ਚੀਜ਼ ਨਹੀਂ ਮਿਲਾਉਂਦੇ, ਕੱਲਾ ਪਾਊਡਰ ਹੀ ਬਸ? ਕੱਲਾ ਪਾਊਡਰ ਹੀ ਜਦੋਂ ਪਾਉਣਾ, ਕੱਲਾ ਜਦੋਂ ਪਾਉਣਾ ਕੱਲਾ ਪਾਊਡਰ ਹੀ ਪਾਉਣਾ। ਸਲਫਰ ਦੇ ਨਾਲ ਪਾ ਲਈ ਦੀ ਯਾਨੀ ਕਲੋਰੀ ਵਗੈਰਾ। ਅੱਛਾ, ਤੇ ਸਪਰੇਅ ਵਗੈਰਾ ਜਿਹੜੀ ਉਹਦੀ ਰੂਟੀਨ ਜਿਹੜੀ ਹੈਗੀ ਆ ਉਹ ਵੀ ਉਸੇ ਤਰ੍ਹਾਂ ਹੀ ਆ ਬਸ? ਸਪਰੇਅ ਜਿਹੜੀ ਮੱਖੀ ਵਾਲੀ ਉਹ 8 ਦਿਨ ਬਾਅਦ, ਤੇ ਜਿਹੜੀ ਦੂਸਰੀ ਆ ਉਹ ਜਦੋਂ ਸਰਦੀਆਂ ਦਿਨਾਂ ਚ ਉਹ ਵੀ ਚੌਥੇ ਦਿਨ ਕਰ ਦਈਦੀ। ਅੱਛਾ, ਉਹ ਚੌਥੇ ਦਿਨ ਕਰ? ਅੱਛਾ ਹਾਂਜੀ ਚਲੋ ਮਿਹਰਬਾਨੀ ਜਨਾਬ। ਬਸ ਇਹ ਤੁਹਾਡਾ ਬਾਗ ਜਿਹੜਾ ਮਾਸ਼ਾਅੱਲਾ ਮੈਂ ਦੇਖ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਮੈਨੂੰ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਬਾਗ ਨਜ਼ਰ ਨਹੀਂ ਆਇਆ। ਦੋਸਤਾਂ ਨੂੰ ਵਿੱਚ ਜਾ ਕੇ ਵੀ ਵੀਡੀਓ ਚੈੱਕ ਕਰਾਉਂਦੇ ਆ। ਤੇ ਬਹੁਤ ਬਹੁਤ ਸ਼ੁਕਰੀਆ ਰਫਾਕਤ ਭਾਈ, ਤੁਸੀਂ ਮਾਸ਼ਾਅੱਲਾ ਆਪਦਾ ਬੜੀ ਮਿਹਨਤ ਕੀਤੀ ਔਰ ਰੱਬ ਨੇ ਤੁਹਾਨੂੰ ਫਲ ਵੀ ਦਿੱਤਾ ਹੈਗਾ। ਬਹੁਤ ਸ਼ੁਕਰੀਆ ਜਨਾਬ, ਜਜ਼ਾਕੱਲਾ।